एक पासे जरनैल सिंह पिंडरांवाला जिहड़ा एक प्रोसैस चों निकल रहे हैं, दूसरे पासे अमृतपाल सिंह जिन्हां दा कोई प्रोसैस समझ ही नहीं आ रहा कि आए किधरों। क्योंकि अच्छा तुसीं गल होर भी नोटिस करोगे, उन्होंने रटी रटाइयां उन्होंने कोल तुकां ने ते ओह बोलते रहंदे ने, कुछ बाणी दियां है ने, कुछ बाणी दियां नहीं ने। ਉਹ बस ਉਹ रटा रटाया काम ही है ਜਿਹੜਾ ਚੱਲ ਰਿਹਾ ਹੁੰਦਾ ਹੈ। ਅੰਮ੍ਰਿਤਪਾਲ ਹੋਰਾਂ ਨੂੰ ਕੋਈ ਇਤਨਾ ਧਰਮ ਦਾ ਗਿਆਨ ਹੈ ਨਹੀਂ ਜਿਤਨਾ ਉਹ ਪੇਸ਼ ਕਰਦੇ ਨੇ, ਔਰ ਨਾ ਹੀ ਉਹਨਾਂ ਕੋਲੋਂ ਕੋਈ ਇਤਨੀ ਕੋਈ ਸਿਆਸੀ ਸਮਝ ਹੈ ਜਿਸ ਨਾਲ ਉਹ ਅੱਗੇ ਚੱਲਣਾ ਚਾਹੁੰਦੇ ਨੇ। ਹਾਂ ਬਸ ਇਹ ਗੱਲ ਹੈ ਕਿ ਇੱਕ ਭੇਖ ਬਣਾ ਲਿਆ, ਉਸੇ ਤਰ੍ਹਾਂ ਦੇ ਗਨਮੈਨ ਰੱਖ ਲਏ। ਲੇਕਿਨ ਜਦੋਂ ਪਿੰਡਰਾਂਵਾਲੇ ਦੇ ਪਿੱਛੇ ਬਾਅਦ ਜਾਂਦੇ ਤੇ ਗਨਮੈਨ ਐਵੇਂ ਨਹੀਂ ਸੀ ਆ ਗਏ ਕਿ ਇੱਕਦਮ ਹੀ ਹੋਇਆ ਤੇ ਨਾਲ ਗਨਮੈਨ ਤੁਰਨੇ ਸ਼ੁਰੂ ਹੋ ਗਏ, ਕਦੀ ਇਸ ਤਰ੍ਹਾਂ ਨਹੀਂ ਸੀ ਹੋਇਆ। ਸਤਿ ਸ਼੍ਰੀ ਅਕਾਲ ਪੰਜਾਬ ਤੱਕ ਦੇ ਨਾਜ਼ਰੀਨ, ਮੈਂ ਹਰਮੀਤ ਸ਼ਾਹ ਸਿੰਘ, ਸੀਨੀਅਰ ਐਡੀਟਰ ਇੰਡੀਆ ਟੂਡੇ ਟੀਵੀ। ਪਿਛਲੇ ਦਿਨੀ ਆਪਾਂ ਇੱਕ ਲੇਖ ਲਿਖਿਆ ਔਰ ਉਸ ਵਿੱਚ ਸੀ ਕਿ ਕਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਭਿੰਡਰਾਂਵਾਲਾ ਦੋ ਨਹੀਂ ਹੈਗਾ, ਕਿਉਂਕਿ ਮੀਡੀਆ ਦੇ ਵਿੱਚ ਅਕਸਰ ਹਲਕੀ ਕਈ ਵਾਰੀ ਕੰਪੈਰੀਜ਼ਨਸ ਆ ਜਾਂਦੇ ਨੇ ਜਿਨ੍ਹਾਂ ਦਾ ਕੋਈ ਬਹੁਤਾ ਕੋਈ ਗਰਾਊਂਡ ਨਹੀਂ ਹੁੰਦਾ, ਜਿਨ੍ਹਾਂ ਦੀ ਕੋਈ ਜੜ ਨਹੀਂ ਹੁੰਦੀ। ਸੋ ਇੱਕ ਲੇਖ ਲਿਖਿਆ ਅੰਗਰੇਜ਼ੀ ਦੇ ਵਿੱਚ, ਇੰਡੀਆ ਟੂਡੇ ਡਿਜੀਟਲ ਤੇ ਐਪ ਛਪਿਆ ਔਰ ਕਾਫੀ ਇਸ ਦੀ ਅਟਰੈਕਸ਼ਨ ਵੀ ਰਹੀ। ਲੇਕਿਨ ਉਸ ਤੋਂ ਬਾਅਦ ਕਈਆਂ ਦੇ ਫੋਨ ਵੀ ਆਏ, ਮੈਸੇजेस ਵੀ ਆਏ ਕਿ ਤੁਸੀਂ ਇਹ ਪੰਜਾਬੀ ਵਿੱਚ ਵੀ ਕਰੋ। ਸੋ ਉਹ ਕਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਭਿੰਡਰਾਂਵਾਲਾ ਦੋ ਨਹੀਂ ਨੇ, ਇਸ ਉੱਤੇ ਅਸੀਂ ਵਿਚਾਰ ਸਾਂਝਾ ਕਰਦੇ ਹਾਂ। ਉਹ ਇਸ ਤਰ੍ਹਾਂ ਹੈਗੀ ਇਹ ਗੱਲ ਕਿ ਇਸ ਲੇਖ ਵਿੱਚ ਮੈਂ ਲਿਖ ਰਿਹਾ ਕਿਉਂਕਿ ਕਈ ਮੈਂ ਰਿਕਾਰਡਡ ਹਿਸਟਰੀ ਇਸ ਵਿੱਚ ਸਾਹਮਣੇ ਰੱਖੀ ਹੈ। ਮਾਰਕ ਟਲੀ ਔਰ ਸਤੀਸ਼ ਜੇਕਬ ਦੀ ਕਿਤਾਬ ਜਿਹੜੀ ਹੈਗੀ ਅੰਮ੍ਰਿਤਸਰ, ਮਿਸਿਸ ਗਾਂਧੀਜ਼ ਲਾਸਟ ਬੈਟਲ, ਫਿਰ ਖੁਸ਼ਵੰਤ ਸਿੰਘ ਹੋਰਾਂ ਦੀ ਹੈਗੀ ਹੈ ਹਿਸਟਰੀ ਆਫ 6 ਵੋਲੀਅਮ 2, ਔਰ ਸਾਰਾ ਇਸ ਨੂੰ ਪੜ੍ਹ ਕੇ ਔਰ ਉਸ ਤੋਂ ਬਾਅਦ ਹੋਰ ਵੀ ਕਈ ਹਵਾਲੇ ਨੇ ਜਿਹੜੇ ਵੇਖੇ ਤੇ ਗੱਲ ਬੜੀ ਸਪਸ਼ਟ ਹੈ ਕਿ ਜਿੱਥੋਂ ਤੱਕ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਆਪਾਂ ਕਰਦੇ ਹਾਂ, ਉਹ ਨਿਕਲੇ ਸੀ ਇੱਕ ਪ੍ਰੋਸੈਸ ਵਿੱਚੋਂ। ਉਹ ਪ੍ਰੋਸੈਸ ਸੀ ਪੋਲੀਟੀਕਲ ਪ੍ਰੋਸੈਸ ਵੀ ਸੀ ਔਰ ਧਾਰਮਿਕ ਪ੍ਰੋਸੈਸ ਵੀ ਸੀ, ਉਸ ਵਿੱਚੋਂ ਉਹਨਾਂ ਦਾ ਉਭਾਰ ਹੁੰਦਾ ਹੈ। ਅੰਮ੍ਰਿਤਪਾਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ 30 ਸਾਲ ਦੇ ਨੌਜਵਾਨ ਨੇ, ਲੇਕਿਨ ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਕੋਈ ਪਿਛੋਕੜ ਨਹੀਂ ਦਿਖਦਾ। ਹੁਣ ਗੱਲ ਕਰੀਏ ਕਿ ਜਰਨੈਲ ਸਿੰਘ ਭਿੰਡਰਾਂਵਾਲਾ ਜਿਹੜੇ ਨੇ ਉਹਨਾਂ ਦਾ ਕੀ ਪਿਛੋਕੜ ਰਿਹਾ। ਉਹਨਾਂ ਦਾ ਪਿਛੋਕੜ ਜਿਹੜਾ ਰਿਹਾ ਹੈਗਾ, ਉਹਨਾਂ ਦਾ ਜਨਮ ਹੁੰਦਾ ਹੈਗਾ 1947 ਦੇ ਵਿੱਚ ਔਰ ਕਿਸਾਨ ਪਰਿਵਾਰ ਵਿੱਚ ਉਹਨਾਂ ਦੀ ਪੈਦਾਇਸ਼ ਹੁੰਦੀ ਹੈ। ਬਰਾੜ ਜੱਟ ਨੇ ਤੇ ਜਿਹੜਾ ਮਾਰਕ ਟਲੀ ਔਰ ਸਤੀਸ਼ ਜੇਕਬ ਆਪਣੀ ਪੁਸਤਕ ਵਿੱਚ ਲਿਖਦੇ ਨੇ, ਪੁਸਤਕ ਦਾ ਨਾਮ ਹੈਗਾ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ, ਉਸ ਵਿੱਚ ਜੋ ਜ਼ਿਕਰ ਕਰਦੇ ਨੇ ਉਹ ਕਰਦੇ ਨੇ ਉਹਨਾਂ ਦੇ ਪਿਤਾ ਦਾ ਹਵਾਲਾ ਦਿੰਦੇ ਨੇ ਜੋਗਿੰਦਰ ਸਿੰਘ ਹੋਰਾਂ ਦਾ, ਕਿ ਉਹ ਕਹਿੰਦੇ ਨੇ ਕਿ ਇਹ ਜਿਹੜਾ ਮੇਰਾ ਪੁੱਤਰ ਹੈਗਾ ਇਸ ਵਿੱਚ ਇਹ ਕਾਬਲੀਅਤ ਹੈ ਕਿ ਇਹ ਇੱਕੇ ਸਟ੍ਰੋਕ ਦੇ ਨਾਲ ਪੇੜ ਵੀ ਕੋਈ ਦਰਖਤ ਵੀ ਗਿਰਾ ਸਕਦਾ ਹੈ। ਤੇ ਦੂਸਰੀ ਗੱਲ ਕਰਦੇ ਨੇ ਤੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੇ ਪੈਸੇजेस ਨੇ ਉਹ ਇਹਨੂੰ ਬਿਲਕੁਲ ਕੰਠ ਨੇ। ਹੁਣ ਇਹ ਬੜੀ ਵੱਡੀ ਗੱਲ ਹੈ ਕਿ ਬਾਣੀ ਦਾ ਗਿਆਨ ਹੋਣਾ, ਇਹ ਭਿੰਡਰਾਂਵਾਲੇ ਦੀ ਜਿਹੜੀ ਅਰਲੀ ਲਾਈਫ ਹੈ ਉਸ ਵਿੱਚ ਸੀ। ਫਿਰ 7 ਸਾਲ ਦੀ ਉਮਰ ਹੁੰਦੀ ਹੈ, 8 ਬੱਚੇ ਹੁੰਦੇ ਨੇ, ਇਹ ਸਭ ਤੋਂ ਛੋਟੇ ਹੁੰਦੇ ਨੇ ਤੇ ਇਹਨਾਂ ਦੇ ਪਿਤਾ ਜੋਗਿੰਦਰ ਸਿੰਘ ਹੋਰੀ ਜਰਨੈਲ ਸਿੰਘ ਨੂੰ 7 ਸਾਲ ਦੀ ਉਮਰ ਵਿੱਚ ਦਮਦਮੀ ਟਕਸਾਲ ਨੂੰ ਡੋਨੇਟ ਕਰ ਦਿੰਦੇ ਨੇ। ਹੁਣ ਟਕਸਾਲ ਸਭ ਆਪਾਂ ਜਾਣਦੇ ਆ, ਜਿਹੜੇ ਨਹੀਂ ਜਾਣਦੇ ਉਹਨਾਂ ਵਾਸਤੇ ਦੱਸ ਦਈਏ ਕਿ ਟਕਸਾਲ ਦਾ ਸ਼ਬਦੀ ਅਰਥ ਹੈਗਾ ਮਿੰਟ, ਔਰ ਪੰਜਾਬ ਦੀ ਅਗਰ ਆਪਾਂ ਦੇਖਦੇ ਹਾਂ ਜਾਰਗਨ ਤੇ ਉਸ ਵਿੱਚ ਜਿਹੜੀ ਦਮਦਮੀ ਟਕਸਾਲ ਹੈ, ਜਿਹੜੀ ਟਕਸਾਲਾਂ ਹੁੰਦੀਆਂ ਨੇ ਉਸ ਵਿੱਚ ਧਾਰਮਿਕ ਸਿੱਖਿਆ ਦਿੱਤੀ ਜਾਂਦੀ। ਤਾਂ 7 ਸਾਲ ਦੀ ਉਮਰ ਦੇ ਵਿੱਚ ਤੋਂ ਹੀ ਉਹ ਦਮਦਮੀ ਟਕਸਾਲ ਵਿੱਚ ਚਲੇ ਜਾਂਦੇ ਨੇ ਤੇ ਹਜੇ ਕੋਈ ਇਹਨਾਂ ਦਾ ਕੋਈ ਪੋਲੀਟੀਕਲ ਉਭਾਰ ਨਹੀਂ ਹੋਇਆ ਹੁੰਦਾ, ਲੇਕਿਨ ਉਸ ਤੋਂ ਪਹਿਲੇ ਹੀ ਖੁਸ਼ਵੰਤ ਸਿੰਘ ਆਪਣੀ ਪੁਸਤਕ ਵਿੱਚ ਲਿਖ ਰਿਹਾ ਹੈ ਹਿਸਟਰੀ ਆਫ 6 ਵਿੱਚ, ਉਹਨਾਂ ਨੂੰ ਲੋਕੀ ਬਾਬਾ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ, ਇਹ ਬਕਾਇਦਾ ਲਿਖਿਆ ਹੋਇਆ ਹੈ ਪੁਸਤਕ ਦੇ ਵਿੱਚ, ਕਹਿਣਾ ਸ਼ੁਰੂ ਕਰ ਦਿੰਦੇ ਨੇ। ਕਿਉਂ ਕਹਿਣਾ ਸ਼ੁਰੂ ਕਰ ਦਿੰਦੇ ਨੇ? ਕਿਉਂਕਿ ਉਹਨਾਂ ਦਾ ਪ੍ਰਚਾਰ ਬੜਾ ਹੋ ਜਾਂਦਾ ਹੈਗਾ ਔਰ ਉਹਨਾਂ ਦੀ ਕਥਾ ਬੜੀ ਜਿਹੜੀ ਇਹਦੀ ਪ੍ਰਭਾਵਿਤ ਕਰਨ ਵਾਲੀ ਹੁੰਦੀ ਹੈ ਔਰ ਉਹ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਨਸ਼ੇ ਛੁਡਾਉਂਦੇ ਨੇ, ਪਤਤ ਪੁਣੇ ਉੱਤੇ ਗੱਲ ਕਰਦੇ ਨੇ ਤੇ ਉਹ ਉਹਨਾਂ ਦਾ ਜਿਹੜਾ ਇੱਕ ਪਿਛੋਕੜ ਹੈਗਾ ਉਹ ਸਾਹਮਣੇ ਰਿਕਾਰਡਡ ਹਿਸਟਰੀ ਵਿੱਚ ਵਿਖਦਾ ਹੈ, ਜੋ ਅੰਮ੍ਰਿਤਪਾਲ ਦੇ ਵਿੱਚ ਬਿਲਕੁਲ ਵੀ ਨਹੀਂ ਹੈਗਾ।
ਕਿਹੜੇ ਪ੍ਰੋਸੈਸ ਚੋਂ ਨਿਕਲੇ। ਫਿਰ ਉਸ ਤੋਂ ਬਾਅਦ ਆਉਂਦੇ ਨੇ ਸੰਜੇ ਗਾਂਧੀ, ਗਿਆਨੀ ਜ਼ੈਲ ਸਿੰਘ। ਐਮਰਜੈਂਸੀ ਖਤਮ ਹੋ ਚੁੱਕੀ ਹੈਗੀ ਹੈ ਤੇ ਐਮਰਜੈਂਸੀ ਦੇ ਬਾਅਦ ਮਿਸਿਸ ਗਾਂਧੀ ਜਿਹੜੇ ਨੇ ਉਹਨਾਂ ਨੂੰ ਹੁਣ ਕਿਉਂਕਿ ਐਮਰਜੈਂਸੀ ਦੇ ਵਿੱਚ ਇੱਕ ਗੱਲ ਯਾਦ ਰਹੇ ਕਿ ਸਭ ਤੋਂ ਜ਼ਿਆਦਾ ਅਗਰ ਕੋਈ ਤੀਵਰ ਪ੍ਰੋਟੈਸਟ ਹੋਏ ਨੇ, ਤੀਵਰਤਾ ਦੇ ਉਹਦੇ ਨਾਲ ਦੇਖੀਏ ਤੇ ਉਹ ਅਕਾਲੀਆਂ ਨੇ ਬੜੇ ਕੀਤੇ ਸੀ ਔਰ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਬਕਾਇਦਾ ਮੋਰਚੇ ਲਗਾਏ ਸੀ 1975 ਤੋਂ 1977 ਦੇ ਵਿੱਚ। ਤੇ ਹੁਣ 1970 ਜਦੋਂ ਐਮਰਜੈਂਸੀ ਹਟਦੀ ਤੇ ਬੜੀ ਵੱਡੀ ਸੱਟ ਵੱਜਦੀ ਹੈ ਕਾਂਗਰਸ ਨੂੰ ਚੋਣਾਂ ਦੇ ਵਿੱਚ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਜਿਹੜੀ ਸਰਕਾਰ ਹੈਗੀ ਏ ਉਹ ਹੈਗੀ ਏ ਆਪਣਾ ਅਕਾਲੀਆਂ ਦੀ ਤੇ ਜਨਤਾ ਪਾਰਟੀ ਜਨਸੰਘ ਦੀ। ਸੋ ਸੰਜੇ ਗਾਂਧੀ ਹੁਣ ਇਹ ਕਹਿੰਦੇ ਨੇ ਕਿ ਅਕਾਲੀਆਂ ਨੂੰ ਤੋੜਨਾ ਚਾਹੀਦਾ ਹੈ ਔਰ ਗਿਆਨੀ ਜ਼ੈਲ ਸਿੰਘ ਵੀ ਇਸ ਵਿੱਚ ਬੜੇ ਸ਼ਾਮਲ ਹੁੰਦੇ ਨੇ ਔਰ ਉਹ ਚੋਣ ਕਰਦੇ ਨੇ। ਇੱਕ ਕਿਤਾਬ ਵਿੱਚ ਲਿਖਿਆ ਹੈਗਾ, ਮਾਰਕ ਟਲੀ ਦੀ ਪੁਸਤਕ ਵਿੱਚ ਵੀ ਲਿਖਿਆ ਔਰ ਖੁਸ਼ਵੰਤ ਸਿੰਘ ਦੀ ਪੁਸਤਕ ਵਿੱਚ ਵੀ ਲਿਖਿਆ ਕਿ ਇਹ ਫਿਰ ਚੋਣ ਕਰਦੇ ਨੇ ਭਿੰਡਰਾਂਵਾਲੇ ਦੀ, ਜੋ ਉਹਨਾਂ ਨੂੰ ਮਿਲਦੇ ਨੇ ਕਿ ਇਹ ਧਰਮ ਦਾ ਇਹਨਾਂ ਨੂੰ ਗਿਆਨ ਹੈਗਾ, ਬੁਲਾਰੇ ਚੰਗੇ ਨੇ। ਔਰ ਫਿਰ ਉਹ 3 ਕੈਂਡੀਡੇਟ ਐਸੇ ਨੇ, ਇਹ ਮਾਰਕ ਟਲੀ ਆਪਣੀ ਕਿਸ ਪੁਸਤਕ ਵਿੱਚ ਲਿਖਦਾ ਪਿਆ ਹੈਗਾ ਜਿਨ੍ਹਾਂ ਵਾਸਤੇ ਭਿੰਡਰਾਂਵਾਲਾ ਕਾਂਗਰਸ ਦੇ ਕੈਂਡੀਡੇਟ ਨੇ, ਉਹਨਾਂ ਵਾਸਤੇ ਕੈਂਪੇਨ ਕਰਦੇ ਨੇ। ਹੁਣ ਇਹ ਵੀ ਇੱਕ ਪਿਛੋਕੜ ਹੈ ਕਿ ਜਦੋਂ ਧਾਰਮਿਕ ਜਿਹੜੀ ਤਰਬੀਅਤ ਹੈ ਉਹ ਵੀ ਰਹੀ ਔਰ ਉਸ ਤੋਂ ਬਾਅਦ ਬਲਕਿ ਇੱਕ ਪੋਲੀਟੀਕਲ ਪ੍ਰੋਸੈਸ ਵੀ ਸ਼ੁਰੂ ਹੁੰਦਾ ਜਿਸ ਵਿੱਚ ਸੰਜੇ ਗਾਂਧੀ ਇਨਵੋਲਵ ਹੁੰਦੇ ਨੇ, ਗਿਆਨੀ ਜ਼ੈਲ ਸਿੰਘ ਇਨਵੋਲਵ ਹੁੰਦੇ ਨੇ ਔਰ ਜਰਨੈਲ ਸਿੰਘ ਭਿੰਡਰਾਂਵਾਲੇ ਹੋਰਾਂ ਨੂੰ ਉੱਥੇ ਬਕਾਇਦਾ ਉਭਾਰਿਆ ਜਾਂਦਾ ਹੈਗਾ ਰਾਜਨੀਤਿਕ ਪੱਧਰ ਦੇ ਉੱਤੇ। ਤੇ ਫਿਰ ਇੱਕ ਪਾਰਟੀ ਵੀ ਜਿਹੜੀ ਹੈਗੀ ਉਹ ਬਣਾਈ ਜਾਂਦੀ, ਉਸ ਦਾ ਨਾਮ ਹੁੰਦਾ ਦਲ ਖਾਲਸਾ ਔਰ ਇਹ ਬਣਦੀ 1978 ਦੇ ਵਿੱਚ। ਔਰ ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣਾਂ ਹੁੰਦੀਆਂ ਨੇ ਤੇ ਉਸ ਵੇਲੇ 140 ਸੀਟਾਂ ਸ਼੍ਰੋਮਣੀ ਕਮੇਟੀ ਦੀ ਹੁੰਦੀਆਂ ਨੇ ਔਰ 4 ਕੈਂਡੀਡੇਟ ਭਿੰਡਰਾਂਵਾਲੇ ਦੇ ਉਸ ਇਲੈਕਸ਼ਨ ਵਿੱਚ ਜਿੱਤਦੇ ਨੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਅੰਮ੍ਰਿਤਪਾਲ ਵੇਲੇ ਕਿਧਰੋਂ ਵੀ ਨਹੀਂ ਦਿਖਦੀਆਂ ਕਿ ਕੌਣ ਹੈ ਕੋਈ ਪੋਲੀਟੀਕਲ ਮਾਸਟਰ ਕੋਈ ਦਿਖ ਰਿਹਾ। ਸਾਰੀ ਪੋਲੀਟੀਕਲ ਪਾਰਟੀਆਂ ਨੇ ਉਹ ਉਹਨਾਂ ਵਾਸਤੇ ਅੰਮ੍ਰਿਤਪਾਲ ਸਿੰਘ ਅਨਟਚੇਬਲ ਹੈ, ਕੋਈ ਉਸ ਨੂੰ ਪੋਲੀਟੀਕਲ ਸਪੋਰਟ ਨਹੀਂ। 2 ਸਾਲ ਪਹਿਲਾਂ ਜਾਂ 1.5 ਸਾਲ ਪਹਿਲਾਂ ਕਹਿ ਲਈ ਆਪਾਂ, ਉਹ ਉਹਨਾਂ ਦੇ ਸਿਰ ਤੇ ਕੇਸ ਹੀ ਨਹੀਂ ਸੀ ਤੇ ਗੱਲ ਉਹ ਖਾਲਿਸਤਾਨ ਦੀ ਕਰਦੇ ਨੇ ਤੇ ਉਹਨਾਂ ਦਾ ਸਰੂਪ ਹੀ ਖਾਲਸੇ ਵਾਲਾ ਨਹੀਂ ਸੀ। ਇਹ ਇੱਕ ਬੜਾ ਵੱਡਾ ਇੱਕ ਡਿਫਰੈਂਸ ਹੈਗਾ ਜੋ ਫਿਰ ਦਰਸਾਉਂਦਾ ਹੈ ਕਿ ਇਹ ਕਿਧਰੋਂ ਆਏ, ਇਹ ਪ੍ਰਗਟ ਕਿੱਥੋਂ ਹੋਏ। ਸੋ ਇੱਕ ਪਾਸੇ ਜਰਨੈਲ ਸਿੰਘ ਭਿੰਡਰਾਂਵਾਲਾ ਜਿਹੜਾ ਇੱਕ ਪ੍ਰੋਸੈਸ ਚੋਂ ਨਿਕਲ ਰਹੇ ਨੇ, ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਦਾ ਕੋਈ ਪ੍ਰੋਸੈਸ ਸਮਝ ਹੀ ਨਹੀਂ ਆ ਰਿਹਾ ਕਿ ਆਏ ਕਿਧਰੋਂ। ਕਿਉਂਕਿ ਅੱਛਾ ਤੁਸੀਂ ਗੱਲ ਹੋਰ ਵੀ ਨੋਟਿਸ ਕਰੋਗੇ, ਉਹਨਾਂ ਨੇ ਰਟੀ ਰਟਾਈਆਂ ਉਹਨਾਂ ਕੋਲ ਤੁਕਾਂ ਨੇ ਤੇ ਉਹ ਬੋਲਦੇ ਰਹਿੰਦੇ ਨੇ, ਕੁਝ ਬਾਣੀ ਦੀਆਂ ਹੈ ਨੇ ਕੁਝ ਬਾਣੀ ਦੀਆਂ ਨਹੀਂ ਨੇ। ਉਹ ਬਸ ਉਹ ਰਟਾ ਰਟਾਇਆ ਕੰਮ ਹੀ ਹੈ ਜਿਹੜਾ ਚੱਲ ਰਿਹਾ ਹੁੰਦਾ। ਲੇਕਿਨ ਉਸ ਤੋਂ ਬਾਅਦ ਉਸ ਤੋਂ ਵੱਡੇ ਅਗਰ ਉਸ ਪੱਧਰ ਤੇ ਦੇਖਿਆ ਜਾਵੇ ਤੇ ਉਹਨਾਂ ਦੀ ਗੱਲਬਾਤ ਦੇ ਵਿੱਚ ਕੋਈ ਤੁਹਾਨੂੰ ਕੋਈ ਬਹੁਤਾ ਕੋਈ ਥਿਓਲੋਜੀਕਲ ਧਾਰਮਿਕ ਪੱਖੋਂ ਕੋਈ ਗਿਆਨ ਨਹੀਂ ਲੱਭਦਾ, ਨਾ ਹੀ ਉਹਨਾਂ ਦੀ ਗੱਲ ਦੇ ਵਿੱਚ ਤੁਹਾਨੂੰ ਕੋਈ ਇਹ ਦਿਖਦਾ ਕਿ ਇਹ ਕੋਈ ਕਿਸੇ ਖਾਸ ਕਿਸਮ ਦੀ ਸਿਆਸਤ ਨੂੰ ਨਾਲ ਲੈ ਕੇ ਚੱਲਦੇ ਪਏ ਨੇ। ਹਾਂ ਇੰਨਾ ਜ਼ਰੂਰ ਹੈਗਾ ਕਿ ਇਹ ਸੋਸ਼ਲ ਮੀਡੀਆ ਦਾ ਸਮਾਂ ਹੈਗਾ, ਸੋਸ਼ਲ ਮੀਡੀਆ ਉੱਤੇ ਖੱਪ ਬੜੀ ਪੈਂਦੀ ਹੈਗੀ ਹੈ, ਸਪੈਕਟੇਕਲਸ ਬੜੇ ਕ੍ਰੀਏਟ ਹੁੰਦੇ ਨੇ, ਬਸ ਉਹ ਸਪੈਕਟੇਕਲਸ ਜ਼ਰੂਰ ਕ੍ਰੀਏਟ ਹੋ ਰਹੇ ਨੇ। ਉਸ ਵੇਲੇ ਦੇ ਜਿਹੜੇ ਜਿੱਥੋਂ ਪੰਜਾਬ ਦਾ ਜਿਹੜਾ ਹੈ ਖਾੜਕੂਵਾਦ ਜਦੋਂ ਸ਼ੁਰੂ ਹੁੰਦਾ ਹੈ ਉਸ ਦੇ ਪਿੱਛੇ ਕਈ ਕਾਰਨ ਵੀ ਹੋਏ ਸੀ ਤੇ ਕਾਂਗਰਸ ਦੀ ਅਕਾਲੀ ਨਾਲ ਰਾਈਵਲਰੀ, ਅਕਾਲੀਆਂ ਦੀ ਆਪਸ ਵਿੱਚ ਰਾਈਵਲਰੀ, ਫਿਰ ਉਸ ਤੋਂ ਬਾਅਦ ਪਾਣੀਆਂ ਦਾ ਮੁੱਦਾ, ਜ਼ਬਾਨ ਦਾ ਮੁੱਦਾ, ਫਿਰ ਉਸ ਤੋਂ ਬਾਅਦ ਕੈਪੀਟਲ ਦਾ ਮੁੱਦਾ, ਰਾਜਧਾਨੀ ਕਿਹੜੀ ਹੋਏਗੀ। ਤੇ ਫਿਰ ਜਿਹੜੀ ਉਸ ਵੇਲੇ ਇੰਦਰਾ ਗਾਂਧੀ ਉਹਨਾਂ ਦੀ ਜਿਹੜੀ ਸਰਕਾਰ ਸੀ ਜਦੋਂ 1980 ਦੇ ਵਿੱਚ ਦੀ ਚੋਣਾਂ ਦੇ ਬਾਅਦ ਆਉਂਦੀ ਹੈ ਔਰ ਉਸ ਦਾ ਬਿਲਕੁਲ ਜਿਹੜਾ ਪੰਜਾਬ ਸੈਂਟਰਿਕ ਪੋਲਿਟਿਕਸ ਹੁੰਦੀ ਉਹ ਬੜੀ ਕਮਿਊਨਲਾਈਜ਼ ਹੋ ਜਾਂਦੀ ਹੈ। ਇਹ ਸਾਰੇ ਕਾਰਨ ਰਹੇ ਸੀ ਉਸ ਤੇ ਤੇ ਉਸ ਦੇ ਬੈਕਡ੍ਰੌਪ ਦੇ ਉੱਤੇ ਇਹ ਇੰਨਾ ਵੱਡਾ ਇੱਕ ਮਿਲੀਟੈਂਸੀ ਦਾ ਜਿਹੜਾ ਦੌਰ ਆਉਂਦਾ ਪੰਜਾਬ ਦੇ ਵਿੱਚ ਇਹ ਆਉਂਦਾ ਹੈਗਾ ਔਰ ਬੜਾ ਨੁਕਸਾਨ ਹੁੰਦਾ ਪੰਜਾਬ ਦਾ, ਇਸ ਨਾਲ ਬੜਾ ਨੁਕਸਾਨ ਹੁੰਦਾ ਇਸ ਦਾ ਓਵਰਆਲ ਸਮਾਜ ਦਾ ਵੀ। ਲੇਕਿਨ ਪਿੰਡਾਂ ਜਦੋਂ ਆਪਾਂ ਅੰਮ੍ਰਿਤਪਾਲ ਦੀ ਗੱਲ ਕਰਦੇ ਹਾਂ ਇਹ ਕੋਈ ਕਾਰਨ ਸਮਝ ਨਹੀਂ ਆ ਰਹੇ ਕਿ ਕਿੱਥੋਂ ਇਹ ਆਏ, ਕਿਵੇਂ ਇੱਕਦਮ ਇਹ ਗੱਲ ਨੈਰੇਟਿਵ ਦੁਬਾਰਾ ਮੇਨ ਸਟ੍ਰੀਮ ਵਿੱਚ ਆ ਗਿਆ। ਲੇਕਿਨ ਸਿਰਫ ਔਰ ਸਿਰਫ ਜਿੰਨੀ ਗੱਲ ਹੁਣ ਇੰਨੀ ਜ਼ਰੂਰ ਇੱਕ ਜੋ ਵਿਖਦੀ ਉਹ ਹੀ ਵਿਖਦੀ ਹੈ ਕਿ ਇਹ ਬਹੁਤਾ ਕੈਮਰਾ ਫਰੈਂਡਲੀ ਗੱਲਾਂ ਹੋ ਰਹੀਆਂ ਨੇ ਜ਼ਿਆਦਾ, ਕਿ ਕੈਮਰੇ ਵਾਸਤੇ ਮੋਬਾਈਲ ਫੋਨ ਸਭ ਕੋਲ ਹੈ, ਵੀਡੀਓ ਬਣ ਜਾਣ ਭਾਵੇਂ ਉਹ 10 ਮਿੰਟ ਦੇ ਬਣ 15 ਮਿੰਟ ਦੇ ਬਣ, ਇੱਕ ਪਰਸੈਪਸ਼ਨ ਕ੍ਰੀਏਟ ਹੋਵੇ ਕਿ ਕੋਈ ਕੌਨਫਲਿਕਟ ਚੱਲ ਰਿਹਾ ਹੈ, ਉਹ ਹੈ ਕਿ ਨਹੀਂ ਗਰਾਊਂਡ ਤੇ। ਇਹ ਹੁਣ ਸਾਨੂੰ ਸਭ ਨੂੰ ਪਤਾ ਹੈ। ਪਿਛੋਕੜ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਲਈ ਹੈਗੀ ਕਿ ਕੋਈ ਪਿਛੋਕੜ ਹੈ ਨਹੀਂ।
ਅੱਗੋਂ ਜਿਹੜੀ ਗੱਲ ਹੈਗੀ ਹੈ ਕਿ ਅੱਗੇ ਹੁਣ ਕਿਸ ਤਰ੍ਹਾਂ ਇਹ ਬਿਰਤਾਂਤ ਜੋ ਪਿੱਛੇ ਵਚਨਾਲਾ ਵਿੱਚ ਜੋ ਇਹਨੇ ਅਨਫੋਰਚੂਨੇਟ ਘਟਨਾ ਹੋਈ ਉਸ ਨਾਲ ਇਹ ਗੱਲ ਸਪਸ਼ਟ ਹੋ ਗਈ ਕਿ ਗੁਰੂ ਗ੍ਰੰਥ ਸਾਹਿਬ ਦਾ ਜੋ ਇਸਤੇਮਾਲ ਹੋਇਆ ਉਸਨੇ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਹਿਲਾ ਕੇ ਰੱਖ ਦਿੱਤਾ, ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਔਰ ਬਹੁਤ ਜ਼ਿਆਦਾ ਗੱਲਾਂ ਖੁੱਲ੍ਹ ਕੇ ਸਾਹਮਣੇ ਆ ਗਈਆਂ ਕਿ ਅੰਮ੍ਰਿਤਪਾਲ ਹੋਰਾਂ ਨੂੰ ਕੋਈ ਇਤਨਾ ਧਰਮ ਦਾ ਗਿਆਨ ਹੈ ਨਹੀਂ ਜਿਤਨਾ ਉਹ ਪੇਸ਼ ਕਰਦੇ ਨੇ ਔਰ ਨਾ ਹੀ ਉਹਨਾਂ ਕੋਲੋਂ ਕੋਈ ਇਤਨੀ ਕੋਈ ਸਿਆਸੀ ਸਮਝ ਹੈ ਜਿਸ ਨਾਲ ਉਹ ਅੱਗੇ ਚੱਲਣਾ ਚਾਹੁੰਦੇ ਨੇ। ਹਾਂ ਬਸ ਇਹ ਗੱਲ ਹੈ ਕਿ ਇੱਕ ਭੇਖ ਬਣਾ ਲਿਆ, ਉਸੇ ਤਰ੍ਹਾਂ ਦੇ ਗਨਮੈਨ ਰੱਖ ਲਏ, ਲੇਕਿਨ ਜਦੋਂ ਭਿੰਡਰਾਂਵਾਲੇ ਦੇ ਪਿੱਛੇ ਬਾਅਦ ਜਾਂਦੇ ਤੇ ਗਨਮੈਨ ਐਵੇਂ ਨਹੀਂ ਸੀ ਆ ਗਏ ਕਿ ਇੱਕਦਮ ਹੀ ਹੋਇਆ ਤੇ ਨਾਲ ਗਨਮੈਨ ਤੁਰਨੇ ਸ਼ੁਰੂ ਹੋ ਗਏ, ਕਦੀ ਇਸ ਤਰ੍ਹਾਂ ਨਹੀਂ ਸੀ ਹੋਇਆ। ਉਹ ਬੜੇ ਅਗੇਨ ਉਸ ਪਿੱਛੇ ਵੀ ਇੱਕ ਬੈਕਡ੍ਰੌਪ ਹੁੰਦਾ, ਉਸ ਨੂੰ ਟਾਈਮ ਲੱਗਦਾ ਹੈ, ਇੱਥੇ ਇੱਕਦਮ ਸਭ ਕੁਝ ਹੋ ਰਿਹਾ ਹੈ। ਸੋ ਇਹ ਗੱਲਾਂ ਸ਼ੱਕ ਜ਼ਾਹਿਰ ਕਰਦੀਆਂ ਨੇ ਔਰ ਬਹੁਤ ਜ਼ਿਆਦਾ ਇਸ ਵਿੱਚ ਸਮਝਦਾਰੀ ਦੀ ਔਰ ਸਿਆਣਪ ਦੀ ਲੋੜ ਹੈ ਕਿ ਇਹ ਜੋ ਘਟਨਾ ਵਾਪਰ ਰਹੀ ਹੈ ਇਹ ਜਿਹੜੀ ਹੈ ਇਹ ਵਾਕਈ ਹੀ ਕੋਈ ਕਿਸੇ ਕਿਸਮ ਦਾ ਕੌਨਫਲਿਕਟ ਹੈ ਜਾਂ ਉਸ ਦਾ ਇੱਕ ਪਰਸੈਪਸ਼ਨ ਹੈ ਜਿਹੜੀ ਕ੍ਰੀਏਟ ਕੀਤੀ ਜਾ ਰਹੀ ਹੈ। ਇਹਨਾਂ ਅੱਖਰਾਂ ਨਾਲ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ ਪੰਜਾਬ ਤੱਕ ਤੇ ਤਦ ਤੱਕ ਰੱਬ ਰਾਖਾ, ਸਤਿ ਸ੍ਰੀ ਅਕਾਲ।